ਜਦੋਂ ਵੀ ਕੋਈ ਪੰਜਾਬ ਦੀ ਅਣਖ ਦੀ ਹੋਣ ਦੀ ਕਿਸਾਨੀ ਦੀ ਜ਼ਬਾਨੀ ਦੀ ਗੱਲ ਕਰਦਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਕਤਲ ਕੀਤਾ ਜਾਂਦਾ, ਮਾਰਿਆ ਜਾਂਦਾ। ਉਹ ਜਿਹੜਾ ਨੌਜਵਾਨ ਪਰਮੇਸ਼ਰ ਦਾ ਹੀ ਭੇਜਿਆ ਹੋਇਆ ਸੀਗਾ, ਹਜੇ ਪੂਰਨ ਗੁਰਸਿੱਖ ਵੀ ਨਹੀਂ ਹੋਇਆ ਸੀ, ਪਰ ਉਹਦੇ ਮਨ ਦੇ ਅੰਦਰ ਸਿੱਖੀ ਪ੍ਰਤੀ ਭਾਵਨਾ ਸੀ, ਸੰਤਾਂ ਦੀ ਸੋਚ ਤੇ ਪਹਿਰਾ ਦੇਣ ਵਾਲਾ। ਅਸੀਂ ਪੰਜਾਬ ਦੀ ਧਰਤੀ ਤੇ ਬੈਠ ਕੇ ਪੰਜਾਬ ਨਵਾਂ ਸਿਰਜਾਂਗੇ। ਉਹ ਸੋਚ ਦੀ ਚੜ੍ਹਦੀ ਕਲਾ ਰੱਖਣ ਵਾਲਾ ਉਹ ਯੋਧਾ ਸੀਗਾ। ਇਹ ਪਹਿਲੀ ਵਾਰੀ ਹੋਇਆ ਵੀ ਕੋਈ ਸ਼ਖਸ ਆਪ ਅਜੇ ਅੰਮ੍ਰਿਤ ਨਾ ਸਕੇ, ਉਹਦੇ ਭੋਗ ਦੇ ਉੱਤੇ ਅੰਮ੍ਰਿਤ ਸੰਚਾਰ ਹੁੰਦਾ ਹੋਵੇ, ਦਸਤਾਰਾਂ ਦਾ ਇੱਧਰ ਲੰਗਰ ਚੱਲਦਾ ਹੋਵੇ। ਦੀਪ ਸਿੱਧੂ ਨੂੰ ਜਦੋਂ ਸਟੇਜਾਂ ਤੇ ਜਾਣਾ ਬੈਨ ਕਰ ਦਿੱਤਾ ਗਿਆ, ਕਿਸਾਨ ਆਗੂਆਂ ਨੇ ਸਟੇਜਾਂ ਤੇ ਦੀਪ ਸਿੱਧੂ ਨੂੰ ਚੜ੍ਹ ਨਹੀਂ ਦਿੱਤਾ, ਪਰ ਦੀਪ ਸਿੱਧੂ ਜਿੱਥੇ ਵੀ ਜਾਂਦਾ ਸੀ ਸਟੇਜ ਉੱਥੇ ਲੱਗ ਜਾਂਦੀ ਸੀ। ਰਾਤਾਂ ਨੂੰ ਤੁਹਾਡੇ ਕੋਲ ਦੀਪ ਸਿੱਧੂ ਆ ਕੇ ਜ਼ਰੂਰ ਜਿਹੜਾ ਸਮਾਂ ਹੈ ਉਹ ਲਾ ਕੇ ਜਾਂਦਾ ਸੀ, ਬੈਠ ਕੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਕਰਕੇ ਜਾਂਦਾ ਸੀ। ਨਿਹੰਗ ਸਿੰਘ ਜਥੇਬੰਦੀ ਕਿਵੇਂ ਮਹਿਸੂਸ ਕਰ ਰਹੀ ਹੈ? ਸਾਰਿਆਂ ਤੋਂ ਵੱਧ ਉਹ ਪਿਆਰ ਕਰਦਾ ਸੀ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ। ਨਿਹੰਗ ਸਿੰਘਾਂ ਜਿਹੜੇ ਜਦੋਂ ਵੀ ਕਿਤੇ ਵੀ ਉਹਨੂੰ ਸਿੰਘ ਮਿਲਣਾ ਜਾਂ ਨਿਹੰਗ ਸਿੰਘ ਫੌਜ ਤੋਂ, ਉਹਨੇ ਭੱਜ ਕੇ ਜਾ ਕੇ ਉਤਰ ਕੇ ਆਪ ਮਿਲਦਾ ਸੀ ਵੀ ਗੁਰੂ ਕੀ ਫੌਜ ਜਾ ਰਹੀ ਹੈ। ਲਾਡਲੀ ਸਾਡੇ ਨਾਲ ਤਾਂ ਬਹੁਤਾ ਪਿਆ ਸੀ। ਸਾਡੀ ਕੌਮ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ ਮੈਂ ਕਹਿੰਦਾ ਇਹੀ ਇਹ ਯੋਧਾ ਹੋਇਆ ਜਿਹਨੇ ਪੂਰੀ ਵਰਲਡ ਕੌਮ ਨੂੰ ਜਗਾ ਦਿੱਤਾ ਦੁਬਾਰਾ। ਦੀਪ ਸਿੱਧੂ ਨੇ 1.5-2 ਸਾਲਾਂ ਦੇ ਵਿੱਚ ਮੈਂ ਕਹਿੰਦਾ ਸਾਰੇ ਪੰਜਾਬ ਦੇ ਸੰਤ ਬਾਬੇ ਇੱਕ ਪਾਸੇ ਹੋ ਜਾਣ, ਸਾਰੀਆਂ ਸ਼੍ਰੋਮਣੀ ਕਮੇਟੀਆਂ ਇੱਕ ਪਾਸੇ ਹੋ ਜਾਣ। ਉਹ ਨਹੀਂ ਕਰ ਸਕੀਆਂ ਕੰਮ ਜਿਹੜਾ ਉਸ ਨੌਜਵਾਨ ਨੇ 2 ਸਾਲਾਂ ਦੇ ਵਿੱਚ ਕਰਤਾ। KTV UK ਨਾਲ ਤੁਸੀਂ ਬਣੇ ਹੋਏ ਹੋ। ਮੈਂ ਮਨਦੀਪ ਸਿੰਘ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਖੜੇ ਹਾਂ, ਜਿੱਥੇ ਦੀਪ ਸਿੰਘ ਸਿੱਧੂ ਦਾ ਅੰਤਿਮ ਅਰਦਾਸ, ਦੀਪ ਸਿੰਘ ਸਿੱਧੂ ਦੀ ਅੰਤਿਮ ਅਰਦਾਸ ਕੀਤੀ ਜਾਣੀ ਹੈ। ਨਿਹੰਗ ਸਿੰਘ ਫੌਜਾਂ ਵੀ ਦੀਪ ਸਿੱਧੂ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਹਾਜ਼ਰੀ ਲਗਵਾਉਣ ਦੇ ਲਈ ਅਤੇ ਇਸ ਕੌਮੀ ਯੋਧੇ ਨੂੰ ਇੱਕ ਆਖਰੀ ਸਿਜਦਾ ਕਰਨ ਦੇ ਲਈ ਪਹੁੰਚ ਚੁੱਕੀਆਂ ਨੇ। ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਬਾਬਾ ਰਾਜਾ ਰਾਜ ਸਿੰਘ ਜੀ, ਜਥੇਦਾਰ ਰਾਜਾ ਰਾਜ ਸਿੰਘ ਜੀ ਮੌਜੂਦ ਨੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕਿਸੇ ਵੀ ਕੌਮੀ ਯੋਧੇ ਲਈ ਅੱਜ ਤੱਕ ਅਜਿਹਾ ਇਕੱਤਰਤਾ ਜਾਂ ਇਹ ਇਕੱਠ ਨਹੀਂ ਦੇਖਿਆ ਗਿਆ ਕਿ ਸਾਰਾ ਹੀ ਪੰਥ ਇਕੱਠਾ ਹੋ ਗਿਆ। ਨਿਹੰਗ ਸਿੰਘ ਜਥੇਬੰਦੀਆਂ, ਸੰਪਰਦਾਵਾਂ, ਟਕਸਾਲਾਂ ਸਾਰੀਆਂ ਇਕੱਤਰ ਹੋ ਕੇ ਜਿਹਦੀ ਮੰਨ ਲਓ ਜਿਸ ਦੀ ਦੁਬਾਰਾ ਆਉਣ ਦੀ ਵੀ ਅਰਦਾਸ ਕਰਨ, ਜਿਹਦੀ ਮੰਨ ਲਓ ਕਿ ਜਿਸ ਦੀ ਆਤਮਿਕ ਸ਼ਾਂਤੀ ਲਈ ਵੀ ਅਰਦਾਸ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਹੀਦਾਂ ਦੀ ਪਵਿੱਤਰ ਧਰਤੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀਆਂ ਦੇ ਸ਼ਹੀਦੀ ਅਸਥਾਨਾਂ ਤੇ ਉਹ ਰੱਬੀ ਰੂਹ ਬਾਈ ਸਾਡਾ ਛੋਟਾ ਵੀਰ ਬੱਚਾ ਦੀਪ ਸਿੱਧੂ ਜਿਹੜਾ ਸਾਡੇ ਨਾਲ ਬਹੁਤ ਮੋਰਚੇ ਦੇ ਵਿੱਚ ਮਿਲਿਆ, ਸਾਨੂੰ ਬਹੁਤ ਰਿਹਾ, ਉਹਦੀ ਅੱਜ ਅੰਤਿਮ ਅਰਦਾਸ ਹੈ। ਦੇਖੋ, ਇਹ ਪਹਿਲੀ ਵਾਰ ਮੈਂ ਦੇਖਿਆ ਵੀ ਐਡਾ ਇਕੱਠ ਕਿਸੇ ਦੇ ਜਾਣ ਤੇ ਪੂਰਾ ਪੰਜਾਬ ਨਹੀਂ, ਪੂਰਾ ਵਰਲਡ, ਪੂਰੀ ਕੌਮ ਨੂੰ ਜਿਹੜਾ ਹਿਲਾ ਕੇ ਰੱਖਤਾ, ਝੰਜੋੜ ਕੇ ਰੱਖ ਦਿੱਤਾ। ਸਾਰਿਆਂ ਦੇ ਮਨਾਂ ਦੇ ਵਿੱਚ ਰੋਸ ਆ ਸਰਕਾਰਾਂ ਪ੍ਰਤੀ, ਤੇ ਮਨ ਦੇ ਵਿੱਚ ਦੁੱਖ ਵੀ ਆ ਵੀ ਇੱਕ ਸਾਡਾ ਕੌਮੀ ਯੋਧਾ ਸਾਥੋਂ ਸਦਾ ਲਈ ਖੋਹ ਲਿਆ। ਇਹ ਏਜੰਸੀਆਂ ਦੀਆਂ ਚਾਲਾਂ ਨੇ, ਸਰਕਾਰਾਂ ਦੀਆਂ ਵੀ। ਜਦੋਂ ਵੀ ਕੋਈ ਪੰਜਾਬ ਦੀ ਅਣਖ ਦੀ ਹੋਣ ਦੀ ਕਿਸਾਨੀ ਦੀ ਜ਼ਬਾਨੀ ਦੀ ਗੱਲ ਕਰਦਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਕਤਲ ਕੀਤਾ ਜਾਂਦਾ, ਮਾਰਿਆ ਜਾਂਦਾ। ਅੱਜ ਉਹ ਜਿਹੜਾ ਨੌਜਵਾਨ ਪਰਮੇਸ਼ਰ ਦਾ ਹੀ ਭੇਜਿਆ ਹੋਇਆ ਸੀਗਾ, ਮੈਂ ਕਿਹਾ ਵੀ ਪਹਿਲੀ ਵਾਰ ਹਜੇ ਪੂਰਨ ਗੁਰਸਿੱਖ ਵੀ ਨਹੀਂ ਹੋਇਆ ਸੀ, ਪਰ ਉਹਦੇ ਮਨ ਦੇ ਅੰਦਰ ਸਿੱਖੀ ਪ੍ਰਤੀ ਭਾਵਨਾ ਸੀ, ਸੰਤਾਂ ਦੀ ਸੋਚ ਤੇ ਪਹਿਰਾ ਦੇਣ ਵਾਲਾ, ਪੰਜਾਬ ਦੀ ਹੋਣ ਦੀ ਕਿਸਾਨੀ ਦੀ ਅਣਖ ਦੀ ਗੱਲ ਕਰਨ ਵਾਲਾ ਵੀ ਸਾਨੂੰ ਕੋਈ ਮਨਜ਼ੂਰ ਨਹੀਂ ਕਿ ਅਸੀਂ ਪੰਜਾਬ ਦੀ ਧਰਤੀ ਤੇ ਬੈਠ ਕੇ ਪੰਜਾਬ ਨਵਾਂ ਸਿਰਜਾਂਗੇ। ਉਹ ਸੋਚ ਦੀ ਚੜ੍ਹਦੀ ਕਲਾ ਰੱਖਣ ਵਾਲਾ ਉਹ ਯੋਧਾ ਸੀਗਾ। ਤੇ ਅਜੇ ਆਪ ਉਹ ਗੁਰਸਿੱਖ ਨਹੀਂ ਸੀ ਬਣਿਆ, ਉਹਦੇ ਮਨ ਦੇ ਵਿੱਚ ਸੀ ਵੀ ਮੇਰੀ ਲੈਣ ਦੂਜੇ ਮੇਰੇ ਗੱਲਾਂ ਹੁੰਦੀਆਂ ਰਹਿੰਦੀਆਂ ਸੀ, ਪਰ ਉਸ ਨੌਜਵਾਨ ਦੇ ਜਾਣ ਤੇ ਪੂਰੇ ਸੰਸਾਰ ਨੂੰ, ਵਰਲਡ ਨੂੰ ਦੁੱਖ ਹੋਇਆ। ਅੱਜ ਸ਼ਹੀਦਾਂ ਦੀ ਧਰਤੀ ਤੇ ਅੰਤਿਮ ਅਰਦਾਸ ਦੇ ਵਿੱਚ ਲੱਖਾਂ ਜਿਹੜੇ ਕੌਮ ਦੇ ਕੌਮ ਆ ਉਹਨਾਂ ਨੇ ਲੱਖਾਂ ਦੀ ਗਿਣਤੀ ਵਿੱਚ ਆ ਕੇ ਇੱਥੇ ਸਰਧਾ ਦੇ ਫੁੱਲ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣਾ।
ਤੇ ਇਹ ਪਹਿਲੀ ਵਾਰੀ ਹੋਇਆ ਵੀ ਕੋਈ ਸ਼ਖਸ ਆਪ ਅਜੇ ਅੰਮ੍ਰਿਤ ਨਾ ਸਕੇ ਉਹਦੇ ਭੋਗ ਦੇ ਉੱਤੇ ਅੰਮ੍ਰਿਤ ਸੰਚਾਰ ਹੁੰਦਾ ਹੋਵੇ, ਦਸਤਾਰਾਂ ਦਾ ਇੱਧਰ ਲੰਗਰ ਚੱਲਦਾ ਹੋਵੇ। ਤੇ ਇਹ ਇੱਕ ਪਹਿਲੀ ਵਾਰੀ ਵਿਲੱਖਣਤਾ, ਕਿਉਂਕਿ ਉਹ ਪਰਮੇਸ਼ਰ ਦਾ ਭੇਜਿਆ ਹੋਇਆ, ਉਹਦੀ ਦਿਲ ਦੀ ਜਿਹੜੇ ਦਿਲ ਸੀ ਅੰਦਰੋਂ ਜੁੜਿਆ ਹੋਇਆ ਸੀ ਸਿੱਖੀ ਨਾਲ, ਤਾਂ ਹੀ ਇੰਨਾ ਗਹਿਰਾ ਅਸਰ ਹੋ ਰਿਹਾ ਸੀ ਨਾ ਉਹਦੇ ਤੇ। ਤੁਹਾਡੇ ਨਾਲ ਤਾਂ ਬੜੀ ਜ਼ਿਆਦਾ ਜਿਹੜੀ ਨੇੜਤਾ ਸੀ ਕਿਸਾਨੀ ਅੰਦੋਲਨ ਦੇ ਵਿੱਚ। ਦੀਪ ਸਿੱਧੂ ਨੂੰ ਜਦੋਂ ਸਟੇਜਾਂ ਤੇ ਜਾਣਾ ਬੈਨ ਕਰ ਦਿੱਤਾ ਗਿਆ, ਕਿਸਾਨ ਆਗੂਆਂ ਨੇ ਸਟੇਜਾਂ ਤੇ ਦੀਪ ਸਿੱਧੂ ਨੂੰ ਚੜ੍ਹ ਨਹੀਂ ਦਿੱਤਾ, ਪਰ ਦੀਪ ਸਿੱਧੂ ਜਿੱਥੇ ਵੀ ਜਾਂਦਾ ਸੀ ਸਟੇਜ ਉੱਥੇ ਲੱਗ ਜਾਂਦੀ ਸੀ। ਜਿੱਥੇ ਦੀਪ ਸਿੱਧੂ ਖੜਾ ਹੁੰਦਾ ਸੀ ਉੱਥੇ ਲੋਕਾਂ ਦੀ ਇਕੱਠ ਹੈ ਜਿਹੜਾ ਹੋ ਜਾਂਦਾ ਸੀ। ਤੁਹਾਡੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਬੜੀ ਸਾਂਝ ਰਹੀ ਹੈ। ਰਾਤਾਂ ਨੂੰ ਤੁਹਾਡੇ ਕੋਲ ਦੀਪ ਸਿੱਧੂ ਆ ਕੇ ਜ਼ਰੂਰ ਜਿਹੜਾ ਸਮਾਂ ਹੈ ਉਹ ਲਾ ਕੇ ਜਾਂਦਾ ਸੀ, ਬੈਠ ਕੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਕਰਕੇ ਜਾਂਦਾ ਸੀ। ਨਿਹੰਗ ਸਿੰਘ ਜਥੇਬੰਦੀਆਂ ਕਿਵੇਂ ਮਹਿਸੂਸ ਕਰ ਰਹੀਆਂ ਨੇ? ਦੇਖੋ, ਸਾਰਿਆਂ ਤੋਂ ਵੱਧ ਉਹ ਪਿਆਰ ਕਰਦਾ ਸੀ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ। ਨਿਹੰਗ ਸਿੰਘਾਂ ਜਿਹੜੇ ਜਦੋਂ ਵੀ ਕਿਤੇ ਵੀ ਉਹਨੂੰ ਸਿੰਘ ਮਿਲਣਾ ਜਾਂ ਨਿਹੰਗ ਸਿੰਘ ਫੌਜ ਤੋਂ, ਉਹਨੇ ਭੱਜ ਕੇ ਜਾ ਕੇ ਉਤਰ ਕੇ ਆਪ ਮਿਲਦਾ ਸੀ ਵੀ ਗੁਰੂ ਕੀ ਫੌਜ ਜਾ ਰਹੀ ਹੈ। ਲਾਡਲੀ ਸਾਡੇ ਨਾਲ ਤਾਂ ਬਹੁਤਾ ਪਿਆ ਸੀ, ਸਾਡੇ ਕੋਲ ਉੱਥੇ ਆ ਕੇ ਜਲ ਪਾਣੀ ਵੀ ਸਕਦਾ ਸੀ, ਸਾਰਾ ਕੁਝ ਉੱਥੇ ਬੈਠ ਕੇ ਗੱਲਾਂ ਵੀ ਘੰਟੇ ਬੱਧੀ ਕਰ। ਆਪਦੇ ਜਾਣ ਤੋਂ ਪਹਿਲਾਂ ਵੀ ਮੇਰੀ ਉਸੇ ਗੱਡੀ ਦੇ ਵਿੱਚ ਬੈਠ ਕੇ, ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ 2 ਘੰਟੇ ਉਹਦੇ ਨਾਲ ਜਿਹੜੀ ਹੈਗੀ ਗੱਲਬਾਤ ਹੋਈ ਆ। ਉਹਨੇ ਤਾਂ ਬਸ ਕਹਿੰਦਾ ਸੀ ਵੀ ਜਿਹੜੀ ਆਪਾਂ ਨੇ ਖਾਲਸਾ, ਜਿੰਨਾ ਚਿਰ ਸਾਨੂੰ ਰਾਜ ਨਹੀਂ ਮਿਲ ਜਾਂਦਾ, ਸਾਡਾ ਆਪਦਾ ਰਾਜ ਨਹੀਂ ਮਿਲਦਾ, ਉਹਨਾਂ ਚਿਰ ਅਸੀਂ ਟਿੱਕੇ ਬੈਠਣ ਵਾਲੇ ਨਹੀਂ ਆ। ਤੇ ਮੇਰੀ ਬੇਨਤੀ ਆ ਤੁਹਾਨੂੰ ਬਾਬਾ ਜੀ, ਮੈਨੂੰ ਉਹ ਕਹਿੰਦਾ ਸੀ, ਮੈਂ ਉਹਨੂੰ ਕਿਹਾ ਵੀ ਦੀਪ ਸਿੰਘ ਆ ਵੀ ਕਈ ਵਾਰੀ ਹੁਣ ਕਹਿੰਦਾ ਮੇਰੇ ਸਵਾਲ ਤੱਕ ਲੈਂਦੇ ਵੀ ਤੂੰ ਗੁਰਸਿੱਖ ਨਹੀਂ ਹੈ, ਦਾੜੀ ਕਿਸ, ਹਜੇ ਮੇਰੀ ਲਾਈਨ ਦੂਸਰੀ ਆ, ਮੈਂ ਵੀ ਗੁਰੂ ਦੀ ਕਿਰਪਾ ਹੋਊਗੀ ਮੈਂ ਆ ਜਾਣਾ, ਮੈਂ ਭੱਜਿਆ ਨਹੀਂ ਹੋਇਆ। ਮੇਰੇ ਮਨ ਦੇ ਵਿੱਚ ਸਿੱਖੀ ਪ੍ਰਤੀ, ਗੁਰੂ ਸਾਹਿਬ ਪ੍ਰਤੀ ਭਾਵਨਾ ਪਿਆਰ ਆ, ਪਰ ਮੇਰੀ ਬੇਨਤੀ ਤੁਹਾਨੂੰ ਆ। ਉਹਨੇ ਮੈਨੂੰ ਕਿਹਾ ਵੀ ਤੁਹਾਨੂੰ ਮੇਰੀ ਬੇਨਤੀ ਆ ਵੀ ਤੁਸੀਂ ਨੌਜਵਾਨਾਂ ਨੂੰ ਇਹ ਅਪੀਲ ਕਰੋ। ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਆਪ ਗੁਰਸਿੱਖ ਨਹੀਂ ਹੈਗਾ, ਮੈਂ ਅਜੇ ਅੰਮ੍ਰਿਤਧਾਰੀ ਨਹੀਂ, ਮੇਰੇ ਕੇਸ ਦਾੜੀ ਨਹੀਂ। ਤੁਸੀਂ ਨੌਜਵਾਨਾਂ ਨੂੰ ਸੰਦੇਸ਼ ਦਿਓ, ਤੁਸੀਂ ਇਹ ਹਾਕ ਮਾਰੋ ਵੀ ਨੌਜਵਾਨੋ ਤੁਸੀਂ ਦਾੜਾ ਕੇਸ ਰੱਖੋ, ਤੁਸੀਂ ਦਸਤਾਰਾਂ ਸਜਾਓ, ਤੁਸੀਂ ਅੰਮ੍ਰਿਤ ਛਕੋ। ਤੁਹਾਡੇ ਕਹਿਣ ਦੇ ਨਾਲ ਅਸਰ ਹੋਊਗਾ। ਜੇ ਮੈਂ ਕਹਿੰਦਾ ਪਹਿਲਾਂ ਮੈਨੂੰ ਕਹਿੰਦੇ ਨੇ ਤੂੰ ਛਕ ਲਾ, ਤਾਂ ਜਿਹੜੇ ਕੇਸ ਰੱਖ ਤੂੰ ਕੌਣ ਰਖਾਉਣ ਵਾਲਾ। ਇਸ ਕਰਕੇ ਉਹਦੇ ਮਨ ਦੇ ਵਿੱਚ ਸਤਿਕਾਰ ਸੀ, ਪਿਆਰ ਸੀ। ਹੁਣ ਨੌਜਵਾਨਾਂ ਨੂੰ ਇਹ ਜਿਹੜਾ ਉਹਦੀ ਕੁਰਬਾਨੀ ਆ ਸਾਡੀ ਕੌਮ ਦੇ ਵਿੱਚ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ ਮੈਂ ਕਹਿੰਦਾ ਇਹੀ ਇਹ ਯੋਧਾ ਹੋਇਆ ਜਿਹਨੇ ਪੂਰੀ ਵਰਲਡ ਕੌਮ ਨੂੰ ਜਗਾ ਦਿੱਤਾ ਦੁਬਾਰਾ। ਤੇ ਹੁਣ ਇਹ ਨੌਜਵਾਨਾਂ ਨੂੰ ਸੰਭਾਲਣ ਦੀ ਲੋੜ ਆ। ਸਾਡੇ ਕੋਲ ਲੀਡਰ ਵਧੀਆ ਹੋਣਾ ਚਾਹੀਦਾ, ਜਿਹਦੀ ਸੋਚ ਚੰਗੀ ਹੋਵੇ, ਦਾਗੀ ਨਾ ਹੋਵੇ। ਹੁਣ ਤੱਕ ਜਿੰਨੇ ਵੀ ਆਏ ਲੀਡਰ, ਚਾਹੇ ਤਖਤਾਂ ਦੇ ਜਥੇਦਾਰ ਬਣ ਗਏ, ਹੁਣ ਚਾਹੇ ਪ੍ਰਧਾਨ ਬਣ ਗਏ, ਹੁਣ ਸ਼੍ਰੋਮਣੀ ਕਮੇਟੀਆਂ ਦੇ, ਚਾਹੇ ਹੋਰ ਉੱਚੇ ਅਹੁਦਿਆਂ ਤੇ ਜਥੇਬੰਦੀਆਂ ਦੇ ਜਥੇਦਾਰ, ਹੁਣ ਉਹ ਦਾਗੀ ਹੋਏ ਨੇ, ਵਿਕੇ ਨੇ। ਨੌਜਵਾਨਾਂ ਨੂੰ ਇੱਕ ਆਸ ਦੀ ਕਰਨ ਜਾਗੀ ਸੀ, ਹੁਣ ਸਾਨੂੰ ਵੇਲਾ ਸੰਭਾਲਣਾ ਚਾਹੀਦਾ। ਉਹ ਦੀਪ ਸਿੱਧੂ ਨੇ 1.5-2 ਸਾਲਾਂ ਦੇ ਵਿੱਚ ਮੈਂ ਕਹਿੰਦਾ ਸਾਰੇ ਪੰਜਾਬ ਦੇ ਸੰਤ ਬਾਬੇ ਇੱਕ ਪਾਸੇ ਹੋ ਜਾਣਾ, ਸਾਰੀਆਂ ਸ਼੍ਰੋਮਣੀ ਕਮੇਟੀਆਂ ਇੱਕ ਪਾਸੇ ਹੋ ਜਾਣਾ। ਉਹ ਨਹੀਂ ਕਰ ਸਕੀਆਂ ਕੰਮ ਜਿਹੜਾ ਉਸ ਨੌਜਵਾਨ ਨੇ 2 ਸਾਲਾਂ ਦੇ ਵਿੱਚ ਕਰਤਾ। ਇਕੱਲੇ ਹੀ ਨਹੀਂ, 2 ਸਾਲ ਇਹੋ ਜਿਹਾ ਕੀ ਸੀ ਉਹਦੇ ਵਿੱਚ। ਉਹ ਪੜ੍ਹਿਆ ਲਿਖਿਆ ਨੌਜਵਾਨ ਸੀ, ਉਹਨੂੰ ਸਮਝ ਆ ਗਿਆ ਸੀ, ਉਹ ਪੜ੍ਹ ਚੁੱਕਿਆ ਸੀ ਵੀ ਸਾਨੂੰ ਗੰਦੇ ਸਿਸਟਮ ਨੇ ਸਾਨੂੰ ਤਬਾਹ ਕਰ ਰੱਖਿਆ, ਸਾਡੇ ਪੰਜਾਬ ਨੂੰ ਸਰਕਾਰਾਂ ਨੇ, ਏਜੰਸੀਆਂ ਨੇ ਘੱਟ ਗਿਣਤੀਆਂ ਨੂੰ ਮਾਰ ਰਹੀਆਂ ਨੇ। ਜੇ ਅਸੀਂ ਦਿੱਲੀ ਦਰਬਾਰ ਦੇ ਨਾਲ ਸਾਂਝ ਰੱਖਾਂਗੇ, ਜੇ ਉੱਥੋਂ ਹੁਕਮ ਆਉਂਦੇ ਰਹੇ ਤਾਂ ਪੰਜਾਬ ਨਹੀਂ ਬਚਣਾ। ਉਹਨੂੰ ਸਮਝ ਗਏ ਸੀ, ਅਸੀਂ ਲੋਕ ਸਮਝੇ ਨਹੀਂ, ਅਸੀਂ ਉਹਨੂੰ ਸਮਝ ਨਹੀਂ ਰਹੇ। ਸਿੱਧੂ ਲਕੀਰ ਖਿੱਚ ਕੇ ਤੁਰਿਆ, ਪਰ ਅੱਜ ਅਸੀਂ ਦੇਖਦੇ ਹਾਂ ਕਿ ਸਿੱਖਾਂ ਦੀਆਂ ਜਿਹੜੀ ਸੰਪਰਦਾਵਾਂ ਨੇ ਜਾਂ ਜਿਹੜੇ ਸੰਤ ਸਮਾਜ ਹੈ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੀਟਿੰਗਾਂ ਕਰਦੇ ਫਿਰਦੇ ਨੇ। ਹਾਲਾਂਕਿ ਉਹਨਾਂ ਮੀਟਿੰਗਾਂ ਦਾ ਕੋਈ ਸਿੱਟਾ ਵੀ ਨਿਕਲਦਾ ਨਜ਼ਰ ਨਹੀਂ ਆਇਆ, ਨਾ ਤਾਂ ਕੋਈ ਮੰਗ ਰੱਖੀ ਗਈ ਹੈ, ਨਾ ਪ੍ਰਧਾਨ ਮੰਤਰੀ ਨੇ ਮਿਲ ਕੇ ਕਹਿਤਾ ਕਿ ਤੁਹਾਡੀ ਫਲਾਣੀ ਮੰਗ ਹੈ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਹੈ, ਮੈਂ ਉਹ ਮੰਨ ਲੈਂਦਾ ਆ। ਪਰ ਦੀਪ ਸਿੱਧੂ ਲਕੀਰ ਖਿੱਚ ਕੇ ਤੁਰਿਆ। ਪਰ ਜਿਹੜੇ ਸਾਡੇ ਬਾਬੇ ਨੇ, ਜਿਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਕਿ ਸਿੱਖੀ ਦੇ ਪ੍ਰਚਾਰਕ ਨੇ, ਇਹਨਾਂ ਨੇ ਸਿੱਖੀ ਦਾ ਬੂਟਾ ਅੱਗੇ ਜਿਹੜਾ ਲਾਉਣਾ ਆ, ਉਹ ਉਹਨਾਂ ਦੇ ਨਾਲ ਮੀਟਿੰਗਾਂ ਕਰਦੇ ਫਿਰਦੇ। ਮੈਂ ਹੁਣ ਸਿੱਖ ਕੌਮ ਨੂੰ ਕਹਿਣਾ, ਨੌਜਵਾਨਾਂ ਨੂੰ ਕਹਿਣਾ ਵੀ ਹੁਣ ਤੁਸੀਂ ਪਛਾਣੋ, ਜਿਹੜੇ ਦਿੱਲੀ ਦਰਬਾਰ ਦੇ ਜਾ ਕੇ ਤਲਬੇ ਚੱਟਦੇ ਨੇ ਉਹਨਾਂ ਨੂੰ ਦੇਖੋ ਕੌਣ ਨੇ ਉਹ। ਚੰਗੇ ਆਗੂਆਂ ਨੂੰ, ਜਿਹੜੇ ਚੰਗਾ ਕੋਈ ਬੇਦਾਗਾ ਉਹਨੂੰ ਦਿਓ, ਖੜੋ। ਦੀਪ ਸਿੱਧੂ ਦੀ ਇੱਕ ਛੋਟੀ ਜਥੇਬੰਦੀ ਬਣਾਈ ਸੀ, ਵਾਰਸ ਪੰਜਾਬ ਦੇ। ਅਸੀਂ ਘਰ ਘਰ ਵਾਰਸ ਪੰਜਾਬ ਦੇ ਪੈਦਾ ਕਰ ਦਿਆਂਗੇ ਨੌਜਵਾਨਾਂ ਨੂੰ। ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਸੇਧ ਸੀ ਵੀ ਮੈਂ 2022 ਇਲੈਕਸ਼ਨ ਨਹੀਂ ਲੜਨਾ, 27 ਦੀ ਤਿਆਰੀ ਕਰੂੰਗਾ। ਅਸੀਂ 27 ਦੀ ਤਿਆਰੀ ਕਰਾਂਗੇ, ਅਸੀਂ ਇਲੈਕਸ਼ਨ ਨਹੀਂ ਲੜਨੀ। ਅਸੀਂ ਕੌਮ ਨੂੰ ਸੇਧ ਦੇਣੀ ਆ। ਜਿਹੜਾ ਧਰਮ ਆ ਸਾਡਾ, ਜਿਹਦੇ ਉੱਤੇ ਰਾਜਨੀਤੀ ਦਾ ਕੁੰਡਾ ਆ ਗਿਆ, ਰਾਜਨੀਤੀ ਉੱਤੇ ਅਸਰ ਕਰ ਗਈ, ਉਸ ਨੂੰ ਥੱਲੇ ਲਿਆਉਣ ਵਾਸਤੇ ਧਰਮ ਦਾ ਕੁੰਡਾ ਅਸੀਂ ਉੱਤੇ ਰੱਖਾਂਗੇ। ਅਸੀਂ ਖੜੇ ਹਾਂ, ਪੰਥ ਦੇ ਨਾਲ ਖੜੇ ਹਾਂ, ਜਿੱਥੇ ਸਾਡੀ ਡਿਊਟੀ ਲਾਉਣਗੇ ਅਸੀਂ ਖੜੇ ਹਾਂ। ਅਸੀਂ ਵੀ ਜਿਵੇਂ ਦੀਪ ਸਿੱਧੂ ਨੇ ਆਪਣੀ ਜਾਨ ਦੇਤੀ ਪੰਥ ਖਾਤਰ, ਅਸੀਂ ਵੀ ਵਿਕਾਂਗੇ ਜੇ ਝੁਕਾਂਗੇ ਜਾਂ
ਹੋਰ ਕੋਈ ਗੱਲ ਕਰਾਂਗੇ ਜਿਹੜੇ ਮਰਜ਼ੀ ਪੰਥ ਸਾਨੂੰ ਸਜ਼ਾ ਦੇ ਸਕਦਾ। ਅਸੀਂ ਖੜੇ ਹਾਂ, ਅਸੀਂ ਉਹਦੀ ਸੋਚ ਤੇ ਅਸੀਂ ਪਹਿਰਾ ਦੇਵਾਂਗੇ। ਅੱਜ ਜਿਨ੍ਹਾਂ ਨੌਜਵਾਨਾਂ ਦੇ ਇੱਥੇ ਇਕੱਠ ਹੋਇਆ, ਠਾਠਾ ਮਾਰਦਾ ਇਕੱਠ ਨੌਜਵਾਨਾਂ ਦਾ ਹੋ ਰਿਹਾ ਹੈ। ਇੰਟੈਲੀਜੈਂਸੀਆਂ ਦੀਆਂ ਰਿਪੋਰਟਾਂ ਵੀ ਕਈ ਲੱਖਾਂ ਦੇ ਇਕੱਠ ਨੂੰ ਕਹਿ ਰਹੀਆਂ ਨੇ ਕਿ ਬਹੁਤ ਵੱਡੀ ਇਕੱਤਰਤਾ, ਨੌਜਵਾਨ ਕੇਸਰੀ ਝੰਡੇ, ਨੀਲੇ ਝੰਡੇ ਲੈ ਕੇ ਇੱਥੇ ਪਹੁੰਚ ਰਹੇ ਨੇ। ਚਾਹੇ ਨੌਜਵਾਨ ਗੁਰਸਿੱਖ ਨੇ, ਚਾਹੇ ਗੁਰਸਿੱਖ ਨਹੀਂ ਵੀ, ਉਹ ਬੋਲੇ ਸੋ ਨਿਹਾਲ ਦੇ, ਰਾਜ ਕਰੇਗਾ ਖਾਲਸਾ ਦੇ ਨਾਅਰੇ ਲਗਾ ਰਹੇ ਨੇ, ਦਸਤਾਰਾਂ ਸਜਾ ਰਹੇ ਨੇ, ਦਸਤਾਰਾਂ ਸਜਾਉਣ ਦਾ ਪ੍ਰਣ ਕਰ ਰਹੇ ਨੇ, ਅੰਮ੍ਰਿਤ ਛਕ ਰਹੇ ਨੇ। ਤਾਂ ਕੌਮੀ ਜਿਹੜੇ ਆਗੂ ਨੇ, ਹੁਣ ਜਿਹੜੇ ਜਥੇਬੰਦੀਆਂ ਦੇ ਆਗੂ ਨੇ, ਸੰਪਰਦਾਵਾਂ ਨੇ, ਨਿਹੰਗ ਸਿੰਘ ਜਥੇਬੰਦੀਆਂ ਨੇ, ਉਹਨਾਂ ਦਾ ਫਰਜ਼ ਬਣ ਜਾਂਦਾ ਹੈ ਕਿ ਉਹ ਇੱਕ ਇਕੱਠ ਨੂੰ ਸਾਂਭਣ, ਉਹ ਨੌਜਵਾਨਾਂ ਦੇ ਇਸ ਹਜੂਮ ਨੂੰ ਇੱਕ ਸਹੀ ਰਾਹ ਦੇਣ। ਦੀਪ ਜਾਂਦਾ ਜਾਂਦਾ ਸਿੱਖੀ ਦਾ ਇੱਕ ਬੂਟੇ ਨੂੰ ਬੜਾ ਪ੍ਰਫੁੱਲਿਤ ਕਰ ਗਿਆ, ਨੌਜਵਾਨਾਂ ਨੂੰ ਇੱਕ ਸਹੀ ਸੇਧ ਦੇ ਗਿਆ ਕਿ ਧਾਗੇ 'ਚ ਪਰੋ ਗਿਆ। ਹੁਣ ਇਸ ਧਾਗੇ ਨੂੰ ਸਾਂਭ ਕੇ ਰੱਖਣ ਦੀ ਜ਼ਰੂਰਤ ਹੈ ਤੇ ਇਹ ਜ਼ਿੰਮੇਵਾਰੀ ਸਾਰੀਆਂ ਜਥੇਬੰਦੀਆਂ ਦੀ ਬਣ ਜਾਂਦੀ ਹੈ। ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਅਕਾਲ ਤਖਤ ਦੇ ਜਥੇਦਾਰ ਦੀ, ਦਮਦਮੀ ਟਕਸਾਲ ਦੇ ਜਥੇਦਾਰ ਦੀ, ਨਿਹੰਗ ਸਿੰਘ ਜਥੇਬੰਦੀਆਂ ਦੀ। ਮੈਂ ਕਹਿੰਦਾ ਵੀ ਜਿਹੜੀਆਂ ਹੁਣ ਆਪ ਮੋਦੀ ਦੇ ਪੈਰਾਂ ਜਾ ਕੇ ਡਿੱਗ ਪਏ, ਉਹ ਕੌਮ ਨੂੰ ਕੀ ਸੇਧ ਦੇਣਗੇ? ਕਿਹੜੀਆਂ ਜਥੇਬੰਦੀਆਂ ਤੁਸੀਂ ਗੱਲ ਕਰਦੇ ਹੋ? ਜਿਹੜੇ ਦਿੱਲੀ ਗੁਰਦੁਆਰੇ ਦੇ ਤਲਵੇ ਚੜਦੇ ਨੇ, ਜਿਹੜੇ ਜਿਨ੍ਹਾਂ ਦੀਆਂ ਸਾਂਢਾਂ ਗੰਢਾਂ RSS ਦੇ ਨਾਲ, ਉਹਨਾਂ ਜਥੇਬੰਦੀਆਂ ਤੁਸੀਂ ਗੱਲ ਕਰਦੇ ਹੋ? ਉਹ ਤੁਸੀਂ ਨਵਾਂ ਲੀਡਰ ਪੈਦਾ ਕਰੋ ਜਿਹੜਾ ਸਿੱਖ ਕੌਮ ਨੂੰ ਸੇਧ ਦੇਵੇ। ਆਓ ਅਸੀਂ ਦੀਪ ਸੁੱਧੀ ਦੀ ਸੋਚ ਨੂੰ, ਸੰਤ ਸਰਨੈਲ ਸਿੰਘ ਭਿੰਡਰਾਂ ਦੀ ਸੋਚ ਨੂੰ ਘਰ ਘਰ ਪਹੁੰਚਾਈਏ। ਇਹ ਅਸੀਂ ਜਿਹੜਾ ਨੌਜਵਾਨਾਂ ਦਾ ਇਕੱਠ ਆ, ਇਹਨੂੰ ਬਲਬਲਾ ਨੌਜਵਾਨਾਂ ਦੇ ਵਿੱਚ ਅਸੀਂ ਠੰਡਾ ਨਹੀਂ ਪੈਣ ਦੇਣਾ, ਚਾਹੇ ਸਾਡੀਆਂ ਜਾਨਾਂ ਨਿਸ਼ਾਵਰ ਹੋ ਜਾਣ। ਨਾ ਅਸੀਂ ਕੋਈ ਗਦਾਰ ਪਹਿਲਾਂ ਮੂਹਰੇ ਲਿਆਉਣਾ, ਨਾ ਅਸੀਂ ਖੋਣ ਦੇਣਾ। ਅੱਜ ਚਾਹੇ ਜਿੰਨੀਆਂ ਮਰਜ਼ੀ ਚੌਧਰਾ ਕਰੀ ਜਾਵੇ, ਕੋਈ ਕੁਛ ਕਰੀ ਜਾਵੇ। ਮੈਂ ਦੀਪ ਸਿੱਧੂ ਦਾ ਵਾਰਸ ਹਾਂ। ਨਹੀਂ, ਉਦੋਂ ਕਿੱਥੇ ਗਏ ਸੀ ਜਦੋਂ 26 ਜਨਵਰੀ ਨੂੰ ਫੜ ਕੇ ਅੰਦਰ ਦੇਤਾ ਸੀਗਾ? ਉਦੋਂ ਕਿਹਨੇ ਲੈਵਲ ਆਏ? ਠੇਕੇਦਾਰ ਕਿਹਾ, ਅੱਜ ਉਹਨਾਂ ਦੇ ਮੂੰਹ ਤੇ ਛਿੱਕਲੀਆਂ ਨੇ ਜਿਹੜੀ ਜੰਮ ਗਈਆਂ ਨੇ। ਸਟੇਜ ਤੋਂ ਕਿਸਾਨੀ ਅੰਦੋਲਨ ਦੀ ਜਿਹੜੀ ਦੁਨੀਆ ਦੀ ਉਸ ਵਕਤ ਸਭ ਤੋਂ ਵੱਡੀ ਸਟੇਜ ਬਣ ਗਈ ਸੀ, ਉਸ ਸਟੇਜ ਤੋਂ ਵੀ ਦੀਪ ਸਿੱਧੂ ਨੂੰ ਗਦਾਰ ਆਖਿਆ ਗਿਆ, ਏਜੰਸੀਆਂ ਦਾ ਬੰਦਾ ਆਖਿਆ ਗਿਆ, RSS ਦਾ ਏਜੰਟ ਆਖਿਆ ਗਿਆ। ਇਹ ਕਿਹਾ ਕਿ RSS ਤੋਂ ਟ੍ਰੇਨਿੰਗ ਲੈ ਕੇ BJP ਨੇ ਕਿਸਾਨੀ ਅੰਦੋਲਨ ਦੇ ਵਿੱਚ ਫਿੱਟ ਕੀਤਾ। ਪਰ ਦੀਪ ਸਿੱਧੂ ਰਾਜਨੀਤੀ ਦੇ ਵਿੱਚ ਨਹੀਂ ਆਇਆ। ਦੀਪ ਸਿੱਧੂ ਨੇ ਰਾਜਨੀਤੀ ਨਹੀਂ ਕੀਤੀ। ਦੀਪ ਸਿੱਧੂ ਨੂੰ ਗਦਾਰ ਕਹਿਣ ਵਾਲੇ ਰਾਜਨੀਤੀ ਦੇ ਵਿੱਚ ਆ ਗਏ। ਉਹਨਾਂ ਨੇ ਅੱਜ ਹਾਲਾਂਕਿ ਇਹ ਨਹੀਂ ਪਤਾ ਕਿ ਉਹਨਾਂ ਦੀ ਜ਼ਮਾਨਤਾਂ ਵੀ ਜ਼ਬਤ ਹੋ ਜਾਣ, ਉਹ ਜਿੱਤ ਸਕਣ ਜਾਂ ਨਾ ਜਿੱਤਣ, ਇਹ ਕੋਈ ਪੱਕਾ ਨਹੀਂ ਹੈਗਾ, ਪਰ ਉਹ ਲੋਕ ਰਾਜਨੀਤੀ ਦੇ ਵਿੱਚ ਆ ਗਏ। ਦੀਪ ਸਿੱਧੂ ਰਾਜਨੀਤੀ ਦੇ ਵਿੱਚ ਨਹੀਂ ਆਇਆ। ਦੀਪ ਸਿੱਧੂ ਨੇ ਆਪਣੇ ਜਾਣ ਲੱਗੇ ਤੱਕ ਆਪਣੇ ਕਿਰਦਾਰ ਨੂੰ ਬੇਦਾਗ ਰੱਖਿਆ। ਬੇਦਾਗ ਹੋ ਕੇ ਇਸ ਫਾਨੀ ਸੰਸਾਰ ਨੂੰ ਦੀਪ ਸਿੱਧੂ ਅਲਵਿਦਾ ਆ ਕੇ ਗਿਆ। ਪਰ ਜਿਨ੍ਹਾਂ ਲੋਕਾਂ ਨੇ ਕਿਰਦਾਰ ਰੱਖਿਆ, ਅੱਜ ਉਹਨਾਂ ਦੇ ਮੂੰਹ ਤੇ ਛੁੱਕਲੀਆਂ ਨੇ, ਉਹ ਇਹ ਤੱਕ ਨਹੀਂ ਕਹਿ ਸਕੇ ਕਿ ਬੜਾ ਮਾੜਾ ਹੋਇਆ। ਦੇਖੋ, ਮੈਂ ਕਹਿੰਦਾ ਵੀ ਜਿਹੜੇ ਲੋਕ ਕਹਿੰਦੇ ਸੀ ਅੱਜ ਸੁਣ ਲੈਣਾ, ਸਮਾਂ ਪਾ ਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਆ ਜਾਂਦੇ ਨੇ ਸਾਹਮਣੇ। ਜੇ ਉਹਨੂੰ ਸੱਤਾ ਦੀ ਭੁੱਖ ਹੁੰਦੀ ਦੀਪ ਸਿੱਧੂ ਨੂੰ, ਜੇ ਉਹ ਕਹਿੰਦਾ ਮੇਰੇ ਚੋਣਾਂ ਲੜਨ ਦੀ, ਜਿਵੇਂ ਕਹਿੰਦੇ ਤੇ ਚੋਣਾਂ ਲੜਨ ਖਾਤਰ ਆਇਆ, ਫਿਰ ਉਹ ਸਰਕਾਰ ਤੋਂ ਜਿਹੜਾ ਕੁਝ ਮਰਜ਼ੀ ਬਿਨਾਂ ਪੰਜਾਬ ਤੋਂ ਜਿੱਥੇ ਮਰਜ਼ੀ ਬੈਠ ਕੇ ਚੋਣਾਂ ਲੜਨ ਦਾ, ਪੂਰੇ ਭਾਰਤ ਦੇ ਵਿੱਚ ਉਹਨੇ ਜਿੱਤ ਕੇ ਮੰਤਰੀ ਬਣ ਜਾਣਾ ਸੀ, ਬਣਾ ਦੇਣਾ ਸਰਕਾਰ ਨੇ। ਜੇ ਉਹਨੂੰ ਪੈਸੇ ਦੀ ਭੁੱਖ ਹੁੰਦੀ, ਮੈਂ ਲੋਕਾਂ ਨੂੰ ਪੁੱਛਦਾ, ਫਿਰ ਉਹ ਆਪਦਾ ਕੈਰੀਅਰ ਇੰਨਾ ਕਰੋੜਾਂ ਦਾ ਮਾਲ ਕਰ ਪਾਉਂਦਾ, ਉਹ ਫਿਰ ਕਿਉਂ ਇੱਥੇ ਆਇਆ? ਨਹੀਂ, ਉਹ ਪੜ੍ਹਿਆ ਲਿਖਿਆ ਨੌਜਵਾਨ ਸੀ, ਉਹਨੇ ਪੜ੍ਹ ਲਿਆ ਸੀ ਸਾਰਾ ਇਤਿਹਾਸ, ਵੀ ਸੰਤਾਂ ਦੀ ਸੋਚ ਪੜ੍ਹ ਲਈ ਸੀ ਉਹਨੂੰ ਜਾਗ ਆ ਗਈ ਸੀ, ਤਾਂ ਹੀ ਉਹ ਜਜ਼ਬਾਤੀ ਹੋ ਜਾਂਦਾ ਛੇਤੀ। ਸਿੱਖਾਂ ਪ੍ਰਤੀ, ਗੁਰੂ ਪ੍ਰਤੀ, ਸੰਤਾਂ ਪ੍ਰਤੀ ਜੋ ਕੋਈ ਗਲਤ ਗੱਲ ਕਰਦਾ ਸੀ, ਉਹਦੇ ਬਿਲਕੁਲ ਉਹਦਾ ਸਾਥ ਨਹੀਂ ਸੀ ਦਿੰਦਾ, ਉਹਦੇ ਉਲਟ ਚੱਲਦਾ ਸੀਗਾ। ਚੱਲਣਾ ਵੀ ਚਾਹੀਦਾ। ਉਹਨੇ ਪੜ੍ਹ ਲਿਆ ਸੀ ਸਾਰਾ ਕੁਛ, ਉਹਨੂੰ ਸਮਝ ਆ ਗਈ ਸੀ, ਪਰ ਸਾਨੂੰ ਲੋਕਾਂ ਨੂੰ ਉਹਦੇ ਬਾਰੇ ਸਮਝ ਨਹੀਂ ਆਈ। ਅੱਜ ਉਹਨੇ ਆਪਦਾ ਜਿਹੜਾ, ਦੇਖੋ ਹੁਣ ਅਸੀਂ ਰੋਨੇ ਆ, ਉਦੋਂ ਅਸੀਂ ਉਸ ਦੀ ਕਦਰ ਨਹੀਂ ਕਰੀ। ਸਾਡੀ ਕੌਮ ਦੀ ਆਹੀ ਤਰਾਸਦੀ ਆ ਵੀ ਜਦੋਂ ਬੰਦਾ ਚਲਿਆ ਜਾਂਦਾ ਫਿਰ ਅਸੀਂ ਭੁੱਬਾ ਮਾਰ ਮਾਰ ਰੋਨੇ ਆ। ਹੁਣ ਵੀ ਸਾਂਭ ਲਓ, ਮੈਂ ਕਹਿੰਦਾ ਪੰਜਾਬ ਦੇ ਹੀਰਿਆਂ ਨੂੰ ਹੁਣ ਵੀ ਸਾਂਭੋ, ਜਿਹੜੇ ਕਿਸਾਨੀ ਦੇ ਵਿੱਚ ਲੜੇ ਨੇ, ਜਿਨ੍ਹਾਂ ਨੇ ਪਿੱਠ ਨਹੀਂ ਦਿਖਾਈ, ਸਾਂਭੋ ਅਜੇ ਵੀ ਵੇਲਾ। ਫਿਰ ਤੁਸੀਂ ਪਛਤਾਉਨੇ, ਫਿਰ ਕਾਹਦੀ, ਫਿਰ ਪਛਤਾਏ ਕਿਆ ਹੋਰ ਜਾਓ ਚਿੜੀਆਂ ਚੁੱਕੀ ਖੇਤ, ਫਿਰ ਕੀ ਪਛਤਾਉਣ ਦਾ ਫਾਇਦਾ? ਹੁਣ ਤੁਹਾਡੇ ਕੋਲੇ ਹੀਰੇ ਹੈਗੇ ਨੇ ਕੌਮ ਦੇ, ਸਾਂਭ ਲਓ। ਤੁਹਾਡੇ ਨਾਲ ਦੀਪ ਸਿੱਧੂ ਦਾ ਬਹੁਤ ਪਿਆਰ ਰਿਹਾ, ਕਿਸਾਨੀ ਅੰਦੋਲਨ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਨੇੜਤਾ ਰਹੀ, ਤੇ ਤੁਸੀਂ ਹੁਣ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋ? ਅਸੀਂ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ, ਆਓ ਆਪਾਂ ਉਸ ਵੀਰ ਦੀ ਸੋਚ ਨੂੰ ਕਾਇਮ ਰੱਖੀਏ, ਜਿਉਂਦੀ ਰੱਖਣਾ। ਜੇ ਉਹ ਸਾਡੇ ਕੋਲ ਵਿੱਚ ਸਰੀਰ ਕਰਕੇ ਨਹੀਂ ਹੈਗਾ, ਉਹਦੀ ਸੋਚ ਤਾਂ ਹੈਗੀ ਆ ਨਾ। ਉਹਦੀ ਸੋਚ ਕੀ ਸੀ? ਸਾਡੀ ਅਣਖ ਦਾ ਮਸਲਾ, ਅਸੀਂ ਆਪਣਾ ਰਾਜ ਭਾਗ ਸਥਾਪਿਤ ਕਰਨਾ, ਖਾਲਸਾ ਰਾਜ ਤੋਂ ਘੱਟ ਸਾਡੀ ਗੱਲ ਹੈ ਨਹੀਂ ਸੈਂਟਰ ਨਾਲ। ਅਸੀਂ ਬੰਦੀ ਸਿੰਘ ਰਿਹਾ ਕਰਾਉਣੇ ਨੇ, ਅਸੀਂ ਕਿਸਾਨੀ ਨੂੰ ਬਚਾਉਣਾ, ਅਸੀਂ ਨੌਜਵਾਨੀ ਨੂੰ ਬਚਾਉਣਾ, ਪੰਥ ਨੂੰ ਇਕੱਠਾ ਕਰਨਾ। ਅਸੀਂ ਉਹਦੀ ਸੋਚ ਨੂੰ ਲੈ ਕੇ ਚੱਲਾਂਗੇ। ਅਸੀਂ ਘਰ ਘਰ ਵਾਰਸ ਪੰਜਾਬ ਦੇ ਪੈਦਾ ਕਰ ਦਿਆਂਗੇ। ਅਸੀਂ ਮਿਸਾਲ ਰੂਪ ਧਰਾਂਗੇ ਵੀ ਜਿਹੜੀ ਜਥੇਬੰਦੀ ਸੱਚ ਦੇ ਨਾਲ ਪਹਿਰਾ ਦਿਓਗੀ, ਅਸੀਂ ਉਸ ਤੇ ਖੜਾਂਗੇ। ਇਹ ਜਿਹੜਾ ਇਕੱਠ ਹੈ
ਉਹਨਾਂ ਲੋਕਾਂ ਵਾਸਤੇ ਵੀ ਇੱਕ ਸਬੂਤ ਦੇ ਵਜੋਂ ਦਿਖਾਇਆ ਜਾ ਸਕਦਾ ਕਿ ਜਿਹੜੇ ਲੋਕ ਕਹਿੰਦੇ ਕਿ ਪੰਜਾਬ ਦੇ ਵਿੱਚ ਖਾਲਸਾ ਰਾਜ ਦੀ ਗੱਲ ਕਰਨ ਵਾਲੇ, ਸਿੱਖਾਂ ਦੇ ਸਿਧਾਂਤਾਂ ਦੀ ਗੱਲ ਕਰਨ ਵਾਲੇ ਦੀ ਗਿਣਤੀ ਬਹੁਤ ਘਟ ਗਈ ਹੈ। ਸਿਮਰਨਜੀਤ ਸਿੰਘ ਮਾਨ ਨੂੰ ਚੋਣਾਂ ਦੇ ਵਿੱਚ ਜਿੱਤ ਨਹੀਂ ਮਿਲਦੀ, ਕਹਿੰਦੇ ਤਾਂ ਨਹੀਂ ਮਿਲਦੀ ਕਿ ਲੋਕ ਇਸ ਮੁੱਦੇ ਨੂੰ ਵਿਸਾਰ ਚੁੱਕੇ ਨੇ। ਪਰ ਅੱਜ ਦਾ ਇੱਥੇ ਨੌਜਵਾਨਾਂ ਦੀ ਤੇ ਸਿੱਖਾਂ ਦੀ ਹੋਈ ਇਕੱਤਰਤਾ ਦੱਸਦੀ ਹੈ ਕਿ ਬਹੁਤ ਸਾਰਾ ਪੰਜਾਬ ਦਾ ਇੱਕ ਬਹੁਤ ਵੱਡਾ ਵਰਗ ਸਿੱਖਾਂ ਦੇ ਹੱਕਾਂ ਦੇ ਲਈ, ਪੰਜਾਬ ਦੇ ਨਾਲ ਹੋ ਰਿਹਾ ਜਿਹੜਾ ਕਹਾਣ ਹੈ ਪੰਜਾਬ ਦਾ ਹੋ ਰਿਹਾ, ਪੰਜਾਬ ਦੇ ਜਿਹੜੇ ਹੱਕਾਂ ਦੇ ਡਾਕੇ ਵੱਜ ਰਹੇ ਨੇ, ਉਹਨਾਂ ਦੇ ਲਈ ਚਿੰਤਤ ਹੈ। ਦੇਖੋ, ਜਦੋਂ ਦੀਪ ਸਿੱਧੂ ਕਹਿੰਦਾ ਵੀ ਸਾਡੇ ਵਿੱਚ ਮਾਨਸਿਕ ਗੁਲਾਮੀ ਵੜ ਗਈ, ਅਸੀਂ ਰੱਬ ਦਾ ਰਾਜ ਭਾਗ ਮਾਣਿਆ, ਫਿਰ ਅਸੀਂ ਇਹਨਾਂ ਦੀ ਗੁਲਾਮੀ ਕਿਵੇਂ ਚੱਲੀਏ? ਜਿੰਨਾ ਚਿਰ ਮਾਨਸਿਕ ਗੁਲਾਮੀ ਅਸੀਂ ਗਲੋਂ ਨਹੀਂ ਲਾ ਦਿੰਦੇ ਉਹਨਾਂ ਚਿਰ ਗੱਲ ਨਹੀਂ ਬਣਨੀ। ਇਸ ਕਰਕੇ ਅਸੀਂ ਆਓ ਪਹਿਰਾ ਦਈਏ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੋਚਦੇ, ਹੁਣ ਕਈ ਸੋਸ਼ਲ ਮੀਡੀਆ ਤੇ ਬਾਹਰ ਤਰ੍ਹਾਂ ਦੀਆਂ ਖਬਰਾਂ ਫੈਲ ਰਹੀਆਂ ਨੇ। ਉਹ ਸੰਤਾਂ ਦਾ ਸੋਚ ਦਾ ਪਹਿਰੇਦਾਰ ਸੀ, ਸੰਤਾਂ ਦਾ ਸਤਿਕਾਰ ਕਰਦਾ ਸੀਗਾ। ਸੰਤਾਂ ਦੇ ਨਾਲ ਆਪਾਂ ਤੁਲਨਾ ਉਸ ਵੀਰ ਦੀ ਨਾ ਕਰੀਏ। ਉਹ ਸਤਿਕਾਰਯੋਗ ਆ, ਰਹੂਗਾ ਦੁਨੀਆ ਭਰ। ਸਾਡੇ ਕੌਮੀ ਸ਼ਹੀਦ ਆ ਉਹ, ਕੌਮੀ ਸ਼ਹੀਦ, ਕੌਮ ਦਾ ਸ਼ਹੀਦ, ਕੌਮ ਵਾਸਤੇ ਸ਼ਹੀਦ ਹੋਇਆ ਉਹ। ਇਸ ਕਰਕੇ ਸਾਨੂੰ ਉਹਦੇ ਸਤਿਕਾਰ ਦੇ ਵਜੋਂ ਸੰਤਾਂ ਦੀ ਸੋਚ, ਦੀਪ ਸਿੱਧੂ ਦੀ ਸੋਚ ਕਦੇ ਮਰ ਨਹੀਂ ਦੇਣੀ ਚਾਹੀਦੀ। ਇੱਥੋਂ ਪਾਰਨ ਕਰਨਾ ਚਾਹੀਦਾ ਸਾਨੂੰ ਕਿ ਅਸੀਂ ਉਹਦੀ ਸੋਚ ਨੂੰ ਕਦੇ ਹੀ ਪਿੱਠ ਨਹੀਂ ਦੇਵਾਂਗੇ ਕਿ ਇੱਥੋਂ 5-10 ਦਿਨਾਂ ਬਾਅਦ ਫੇਰ ਭੁੱਲ ਗਏ। ਜਿੰਨਾ ਚਿਰ ਸਾਡਾ ਖਾਲਸਾ ਰਾਜ ਕਾਇਮ ਨਹੀਂ ਹੋ ਜਾਂਦਾ, ਉਹਨਾਂ ਚਿਰ ਅਸੀਂ ਪੰਥ ਨੂੰ ਪਿੱਠ ਨਹੀਂ ਦਿਖਾਵਾਂਗੇ। ਉਹਨਾਂ ਦੀ ਸੋਚ ਤੇ ਸਦਾ ਹੀ ਚੱਲਦੇ ਰਹਾਂਗੇ। ਜਦੋਂ ਪੰਥ ਹਾਕ ਮਾਰੂ ਅਸੀਂ ਇਕੱਠੇ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਤਾਂ ਨਿਹੰਗ ਸਿੰਘ ਜਥੇਬੰਦੀਆਂ ਇੱਥੇ ਪਹੁੰਚ ਚੁੱਕੀਆਂ ਨੇ ਦੀਪ ਸਿੱਧੂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ। ਤਾਂ ਨਿਹੰਗ ਸਿੰਘ ਜਥੇਬੰਦੀਆਂ ਬਾਬਾ ਜਥੇਦਾਰ ਰਾਜਾ ਰਾਜ ਸਿੰਘ ਜੀ ਨੇ ਕਿਹਾ ਹੈ ਕਿ ਦੀਪ ਸਿੱਧੂ ਦੀ ਜਿਹੜੀ ਸੋਚ ਹੈ ਉਸ ਉੱਤੇ ਪਹਿਰਾ ਦੇਣ ਦੀ ਲੋੜ ਹੈ ਤੇ ਨਿਹੰਗ ਸਿੰਘ ਜਥੇਬੰਦੀਆਂ ਉਸ ਸੋਚ ਦੇ ਉੱਤੇ ਪਹਿਰਾ ਦਿੰਦੀਆਂ ਰਹਿਣਗੀਆਂ। ਨਾਲ ਹੀ ਖਾਸ ਅਪੀਲ ਇਹ ਕਰਕੇ ਗਏ ਨੇ ਕਿ ਦੀਪ ਸਿੱਧੂ ਦਾ ਜਿਵੇਂ ਕੰਪੈਰੀਜ਼ਨ ਕੀਤਾ ਜਾ ਰਿਹਾ ਹੈ ਸੰਤਾਂ ਦੇ ਨਾਲ ਕੰਪੈਰੀਜ਼ਨ ਨਾ ਕੀਤਾ ਜਾਵੇ। ਉਹਨਾਂ ਦੀ ਸੋਚ ਦਾ ਧਾਰਨੀ ਸੀ, ਉਹਨਾਂ ਨੂੰ ਆਪਣਾ ਜਿਹੜਾ ਆਗੂ ਹੈ ਉਹ ਮੰਨਦਾ ਸੀ, ਪਰ ਇੱਕ ਬਰਾਬਰਤਾ ਲਿਆ ਦੇਣੀ ਕਿ ਹਾਂ ਦੋਵਾਂ ਦੇ ਵਿੱਚ ਬੜੀ ਸਮਾਨਤਾ ਆ, ਇੱਕੋ ਨੇ, ਇਦਾਂ ਨਹੀਂ ਹੁੰਦਾ। ਸੰਤਾਂ ਦਾ ਕਿਰਦਾਰ ਹੈ ਜਿਹੜਾ ਉਹ ਬਹੁਤ ਵੱਡਾ ਆ। ਦੀਪ ਸਿੱਧੂ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇ ਰਿਹਾ ਸੀ। ਤਾਂ ਅੱਜ ਬੜੀ ਇਕੱਤਰਤਾ ਜਿਹੜੀ ਸਿੱਖ ਸੰਗਤ ਦੀ ਹੈ ਇੱਥੇ ਹੋ ਰਹੀ ਹੈ। ਤਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਬੈਨਰ ਲਾਈ ਪੰਜਾਬੀਓ ਆਪਣੀ ਜ਼ਮੀਰ ਜਗਾਓ, ਮੈਂ ਤਾਂ ਨਿਭਾ ਗਿਆ, ਤੁਸੀਂ ਵੀ ਆਪਣਾ ਫਰਜ਼ ਨਿਭਾਓ। ਹਾਲਾਂਕਿ ਇਹ ਫਰਜ਼ ਜਿਹੜੀ ਨਿਭਾਉਣ ਦੀ ਗੱਲਬਾਤ ਆ ਉਹ 20 ਤਰੀਕ ਦੀਆਂ ਨੇ ਚੋਣਾਂ ਨੇ, ਉਹਨਾਂ ਵਾਸਤੇ ਜ਼ਰੂਰ ਕੀਤੀ ਗਈ ਸੀ ਕਿ ਉਸ ਦਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦਿੱਤਾ ਜਾਵੇ। ਉਹ ਇਸ ਕਰਕੇ ਕਿਉਂਕਿ ਦੀਪ ਸਿੱਧੂ ਨੇ ਕਿਹਾ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦੇਣ ਦੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਇਓ ਜੀ। ਅਸੀਂ ਜ਼ਿਲ੍ਹਾ ਲੁਧਿਆਣਾ ਪਿੰਡ ਸਿਆੜ ਤੋਂ ਆਇਆ ਜੀ। ਤਾਂ ਅੱਜ ਇੱਥੇ ਖਾਸ ਤੌਰ ਤੇ ਦੀਪ ਸਿੱਧੂ ਲਈ ਪਹੁੰਚੇ ਹੋ, ਦੀਪ ਸਿੱਧੂ ਦਾ ਚਲਿਆ ਜਾਣਾ ਤੁਸੀਂ ਕਿਵੇਂ ਦੇਖਦੇ? ਬਾਈ ਸਾਡੀ ਕੌਮ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਵਾ, ਜੋ ਕਿ ਪਹਿਲਾਂ ਵੀ ਸਾਡੀ ਸਿੱਖ ਕੌਮ ਨੂੰ ਪੈਂਦੇ ਆਏ ਨੇ। ਇਹ ਕੋਈ ਪਹਿਲਾ ਘਾਟਾ ਨਹੀਂ ਹੈਗਾ ਸਾਡੀ ਸਿੱਖ ਕੌਮ ਨੂੰ ਕਿ ਜੋ ਸਾਡੇ ਲਈ, ਸਾਡੇ ਹੱਕਾਂ ਦੇ ਲਈ ਜੋ ਆਵਾਜ਼ ਬੁਲੰਦ ਕਰਨ ਵਾਲਾ ਯੋਧਾ ਹੁੰਦਾ, ਉਸ ਨੂੰ ਸਰਕਾਰਾਂ ਪਹਿਲੇ ਸਮੇਂ ਤੋਂ ਹੀ ਜਲਮਾਣੇ ਮਟਾਉਂਦੇ ਆਏ ਨੇ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਅੱਜ ਹੀ ਦੀਪ ਸਿੱਧੂ ਦਾ ਕਤਲ ਹੋਇਆ ਜਾਂ ਕੋਈ ਰੰਜਿਸ਼ ਦੇ ਮੁਤਾਬਕ ਉਹਨੂੰ ਮਟਾਇਆ ਗਿਆ ਵਾ। ਤਾਂ ਇਹ ਪਹਿਲਾਂ ਤੋਂ ਹੀ ਜਲਮਾਣੇ ਸਾਡੇ ਤੇ ਜ਼ੁਲਮ ਕਰਦੇ ਆਏ ਨੇ, ਸਿੱਖ ਧਰਮ ਨੂੰ ਮਟਾਉਣ ਦੀਆਂ ਕੋਝੀਆਂ ਚਾਲਾਂ ਚੱਲਦੇ ਆਏ ਨੇ। ਇਹ ਸਿੱਖਾਂ ਨੂੰ ਹੁਣ ਇਕੱਤਰਤਾ ਇੱਕ ਝੰਡੇ ਥੱਲੇ ਆਉਣਾ ਪੈਣਾ, ਨਿਸ਼ਾਨ ਸਾਹਿਬ ਦੇ ਥੱਲੇ। ਮਹਾਰਾਜ ਕਹਿੰਦੇ ਵੀ ਜਬ ਤੇ ਬਾਣ ਲੱਗ ਗਿਓ ਤਵੇ ਰੋਸ ਜਾਗਿਓ। ਸਿੱਖਾਂ ਨੂੰ ਇਕੱਠੇ ਹੋਣਾ ਪੈਣਾ, ਨਹੀਂ ਤਾਂ ਇਦਾਂ ਹੀ ਇਹਨਾਂ ਨੇ ਅੱਜ ਇੱਕ ਦੀਪ ਸਿੱਧੂ ਮਾਰਿਆ ਤਾਂ ਕੱਲ ਨੂੰ ਇਹਨਾਂ ਦਾ ਹੌਸਲਾ ਹੋਰ ਬੁਲੰਦ ਹੋ ਜਾਣਾ। ਇਹ ਲੱਖਾਂ ਸਿੱਧੂ ਮਾਰਨ ਦੀਆਂ ਕੋਸ਼ਿਸ਼ਾਂ ਕਰਨਗੇ। ਤਾਂ ਇੱਥੇ ਜਿਹੜੀ ਇਕੱਤਰਤਾ ਹੈ ਇਹ ਦੱਸਦੀ ਹੈ ਕਿ ਨੌਜਵਾਨ ਇੱਕ ਕੇਸਰੀ ਝੰਡੇ ਥੱਲੇ ਇਕੱਤਰ ਹੋ ਚੁੱਕੇ ਨੇ। ਉਹ ਇੱਕ ਫਿਰ ਮੁੜ ਤੋਂ ਇੱਕ ਆਗੂ ਦੀ ਉਡੀਕ ਕਰ ਰਹੇ ਨੇ ਕਿ ਇੱਕ ਆਗੂ ਹੋਵੇ ਜਿਹੜਾ ਸਾਡੀ ਅਗਵਾਈ ਕਰੇ, ਸਾਨੂੰ ਦੱਸੇ ਕਿ ਕਿਸ ਰਾਹ ਦੇ ਉੱਤੇ ਚੱਲਣਾ ਹੈ, ਸਾਡੇ ਹੱਕਾਂ ਦੀ ਜਿਹੜੀ ਉਹ ਗੱਲਬਾਤ ਕਰੇ। ਕਿਉਂਕਿ ਦੀਪ ਸਿੱਧੂ ਨੇ ਨੌਜਵਾਨਾਂ ਦੇ, ਪੰਜਾਬ ਦੇ ਜਿਹੜੀ ਦਿਲਾਂ ਦੀ ਤਰਜਮਾਨੀ ਕੀਤੀ, ਨੌਜਵਾਨਾਂ ਦਿਲਾਂ ਦੀ ਜਿਹੜੀ ਗੱਲ ਹੈ ਉਹ ਕੀਤੀ। ਤਾਂ ਤੁਸੀਂ ਦੇਖਦੇ ਰਹੋ KTV UK। ਕੈਮਰਾਮੈਨ ਸਹਿਯੋਗੀ ਅਰਸ਼ਪਿੰਦਰ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।